दोस्तों स्वागत है ਤੁਹਾਡਾ ਸਾਡੇ ਚੈਨਲ एनके पंजाबी कहानियां ती। एक सच्ची कहानी है जो मेरे दोस्त ਦੇ ਭਰਾ ਦੀ ਪਤਨੀ ਦੀ ਹੈ। ਉਹ ਦੱਸਦੀ ਹੈ ਕਿ ਵਿਆਹ ਤੋਂ ਬਾਅਦ ਉਹ ਕਈ ਸਾਲ ਕਦੇ ਪਿੰਡ ਨਹੀਂ ਗਈ ਸੀ। ਇਸ ਦਾ ਰਾਜ ਉਹਨਾਂ ਨੇ ਬਾਅਦ ਚ ਦੱਸਿਆ। ਉਹ ਦੱਸਦੀ ਹੈ ਕਿ ਮੇਰੀ ਭੈਣ ਦਾ ਵਿਆਹ ਸੀ ਤਾਂ ਮੈਨੂੰ ਪਿੰਡ ਜਾਣਾ ਪਿਆ ਸੀ। ਉਸ ਤੋਂ ਪਹਿਲਾਂ ਵੀ ਕਈ ਵਾਰ ਪਿੰਡ ਜਾਣ ਦਾ ਇਰਾਦਾ ਕੀਤਾ पर फिर टाल दिता क्योंकि मेरा दिल नहीं करता सी। पर हुण भैन दे विआह करके जाना पिया। जदों ओह पहुंची तां उत्थे पूरी चहल पहल सी। अगले दिन जदों ओह रिश्तेदारां नूं मिलन लई जा रही सी तां रस्ते च उसदी किसे ने चुन्नी फड़ लई। मुड़ के देखिया तां सामने एक भीख मंगण वाली खड़ी सी जिसदे कपड़े ते वाल बहुत गंदे सन। उसनूं देख के मैनूं झटका जिहा लग्या। ਇਹ ਤਾਂ ਉਹੀ ਸੀ ਜਿਸ ਦੇ ਹੁਸਨ ਦੇ ਚਰਚੇ ਦੂਰ ਦੂਰ ਦੇ ਪਿੰਡਾਂ ਤੱਕ ਸਨ ਤੇ ਪੂਰੇ ਪਿੰਡ ਦੇ ਲੜਕੇ ਉਸ ਦੇ ਹੁਸਨ ਤੇ ਫਿਦਾ ਸਨ। ਜਿਸ ਦੇ ਸਿਰ ਤੋਂ ਕਦੇ ਚੁੰਨੀ ਨਹੀਂ ਉਤਰਦੀ ਸੀ ਪਰ ਅੱਜ ਉਹ ਬਿਨਾਂ ਚੁੰਨੀ ਤੋਂ ਹੀ ਖੜੀ ਸੀ। ਮੈਂ ਉਸ ਨੂੰ ਪੂਰੇ 5 ਸਾਲਾਂ ਬਾਅਦ ਦੇਖ ਰਹੀ ਸੀ। ਉਹ ਮੇਰੀ ਸਭ ਤੋਂ ਚੰਗੀ ਸਹੇਲੀ ਸੋਨੀ ਸੀ ਜਿਸ ਨਾਲ 18 ਸਾਲ ਪੁਰਾਣੀ ਦੋਸਤੀ ਸੀ, ਜਿਸ ਤੋਂ ਬਿਨਾ ਮੇਰਾ ਤੇ ਮੇਰੇ ਬਿਨਾ ਉਸਦਾ ਦਿਲ ਨਹੀਂ ਲੱਗਦਾ ਸੀ ਤੇ ਨਾ ਸਮਾਂ ਲੰਘਦਾ ਸੀ। ਇਸ ਕਰਕੇ ਮੇਰੀ ਵੱਡੀ ਭੈਣ ਮੇਰੇ ਤੋਂ ਚਿੜਦੀ ਸੀ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਥਾਂ ਉਸਨੇ ਲੈ ਲਈ ਹੈ ਤੇ ਕਹਿੰਦੀ ਸੀ ਕਿ ਤੂੰ ਮੇਰੀ ਘੱਟ ਤੇ ਉਸਦੀ ਸਕੀ ਜ਼ਿਆਦਾ ਹੈ। ਸੋਨੀ ਸਾਡੇ ਘਰ ਦਾ ਇੱਕ ਮੈਂਬਰ ਸੀ। ਜਦੋਂ ਅਸੀਂ ਵੱਡੇ ਹੋਏ ਤਾਂ ਸਾਡੇ ਵਿਆਹ ਦੀ ਗੱਲ ਚੱਲੀ ਪਰ ਉਹ ਬਹੁਤ ਘਬਰਾਉਂਦੀ ਤੇ ਬਹੁਤ ਫਿਕਰ ਕਰਦੀ ਕਿਉਂਕਿ ਉਹ ਚਾਹੁੰਦੀ ਸੀ ਕਿ ਸਾਡਾ ਵਿਆਹ ਇੱਕ ਹੀ ਘਰ 'ਚ ਹੋਵੇ। ਉਹ ਵਿਆਹ ਕਰਕੇ ਮੇਰੇ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ। ਇੱਕ ਵਾਰ ਇੱਕ ਵਿਆਹ 'ਚ ਅਸੀਂ ਗਏ ਸੀ ਤਾਂ ਇੱਕ ਔਰਤ ਸਾਡੇ ਕੋਲ ਆ ਕੇ ਸਾਡੇ ਨਾਂ ਤੇ ਪਤਾ ਪੁੱਛਣ ਲੱਗੀ। ਮੈਂ ਉਸ ਗੱਲ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਪਰ ਕੁਝ ਦਿਨਾਂ ਬਾਅਦ ਉਹ ਔਰਤ ਆਪਣੇ ਦੋਵੇਂ ਬੇਟਿਆਂ ਦਾ ਸਾਡੇ ਲਈ ਰਿਸ਼ਤਾ ਲੈ ਕੇ ਆ ਗਈ। ਵੱਡੇ ਬੇਟੇ ਦਾ ਮੇਰੇ ਲਈ ਤੇ ਛੋਟੇ ਦਾ ਸੋਨੀ ਲਈ। ਮੇਰੇ ਘਰ ਵਾਲਿਆਂ ਨੂੰ ਇਹ ਰਿਸ਼ਤਾ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਹਾਂ ਕਰ ਦਿੱਤੀ। ਸੋਨੀ ਦੇ ਘਰ ਵਾਲਿਆਂ ਵੱਲੋਂ ਵੀ ਹਾਂ ਹੋ ਗਈ। ਵਿਆਹ ਦੇ ਦਿਨ ਨੇੜੇ ਆ ਗਏ। ਮੇਰੀ ਵੱਡੀ ਭੈਣ ਨੇ ਮੈਨੂੰ ਸਮਝਾਇਆ ਸੀ ਕਿ ਹੁਣ ਤੇਰੇ ਸੋਨੀ ਨਾਲ 2 ਰਿਸ਼ਤੇ ਹਨ, ਦਰਾਣੀ ਤੇ ਜਠਾਣੀ ਦਾ। ਇਹ ਬਹੁਤ ਹੀ ਨਾਜ਼ੁਕ ਰਿਸ਼ਤਾ ਹੈ। ਹੁਣ ਤੁਸੀਂ ਇਕੱਠੇ ਰਹੋਗੇ। ਤੁਹਾਨੂੰ ਦੋਵਾਂ ਨੂੰ ਹਰ ਗੱਲ 'ਚ ਬਹੁਤ ਸਬਰ ਤੇ ਕੰਮ ਲੈਣਾ ਪਵੇਗਾ। ਮੈਂ ਭੈਣ ਨੂੰ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਵੇਗਾ ਜੋ ਤੁਸੀਂ ਸੋਚ ਰਹੇ ਹੋ। ਮੇਰਾ ਤੇ ਸੋਨੀ ਦਾ ਸਾਥ ਭੈਣਾਂ ਵਰਗਾ ਹੀ ਸੀ। ਸਾਡਾ ਤਾਂ ਸਾਲਾਂ ਦਾ ਅਰਮਾਨ ਪੂਰਾ ਹੋ ਰਿਹਾ ਸੀ। ਅਸੀਂ ਦਰਾਣੀ ਜਠਾਣੀ ਬਾਅਦ 'ਚ ਪਹਿਲਾਂ ਦੋਸਤ ਹਾਂ। ਮੈਂ ਤੇ ਸੋਨੀ ਵਿਆਹ ਕਰਕੇ ਉਸ ਘਰ 'ਚ ਪਹੁੰਚ ਗਈਆਂ। ਜ਼ਿੰਦਗੀ ਬਹੁਤ ਖੂਬਸੂਰਤ ਹੋ ਗਈ ਸੀ। ਵਿਆਹ ਤੋਂ 1 ਸਾਲ ਬਾਅਦ ਮੇਰੀ ਗੋਦ 'ਚ ਮੇਰਾ ਬੇਟਾ ਤੇ ਸੋਨੀ ਦੀ ਗੋਦ 'ਚ ਉਸਦਾ ਬੇਟਾ ਆ ਗਿਆ। ਮੇਰੇ ਪਤੀ ਪੜ੍ਹੇ ਲਿਖੇ ਸਨ, ਇਸ ਲਈ ਉਹਨਾਂ ਨੂੰ ਸ਼ਹਿਰ 'ਚ ਹੀ ਨੌਕਰੀ ਮਿਲੀ ਸੀ। ਉਹ ਜਿੱਦ ਕਰ ਰਹੇ ਸਨ ਕਿ ਮੈਂ ਤੇ ਮੇਰਾ ਬੇਟਾ ਉਹਨਾਂ ਦੇ ਨਾਲ ਸ਼ਹਿਰ ਚੱਲੀਏ, ਜਦੋਂ ਕਿ ਮੇਰਾ ਦਿਲ ਕਿਸੇ ਤਰ੍ਹਾਂ ਵੀ ਸ਼ਹਿਰ ਜਾਣ ਲਈ ਤਿਆਰ ਨਹੀਂ ਸੀ। ਆਖਰਕਾਰ ਮੇਰੇ ਪਤੀ ਸ਼ਹਿਰ ਚਲੇ ਗਏ। ਜਦੋਂ ਆਏ ਤਾਂ ਬਹੁਤ ਸਾਰੇ ਤੋਹਫੇ ਲਿਆਏ ਸਨ। ਸਾਡੇ ਇੱਕ ਲੜਕੀ ਵੀ ਹੋ ਗਈ ਸੀ। ਮੇਰਾ ਬੇਟਾ 4 ਸਾਲ ਦਾ ਹੋ ਗਿਆ ਸੀ। ਜਿਸ ਘਰ 'ਚ ਅਸੀਂ ਰਹਿੰਦੇ ਸੀ ਉਸ ਘਰ ਦੇ ਵਿਚਕਾਰ ਇੱਕ ਛੋਟੀ ਜਿਹੀ ਕੰਧ ਸੀ। ਇੱਕ ਹਿੱਸੇ 'ਚ ਮੈਂ ਤੇ ਦੂਜੇ ਹਿੱਸੇ ਸੋਨੀ ਰਹਿੰਦੀ ਸੀ। ਇਹ ਹਿੱਸੇ ਤਾਂ ਸਿਰਫ ਨਾਂ ਦੇ ਸਨ। ਅਸੀਂ ਇਕੱਠੇ ਰਹਿੰਦੇ ਸੀ। ਮੈਂ ਫਿਰ ਪ੍ਰੈਗਨੈਂਟ ਹੋ ਗਈ ਸੀ ਪਰ ਸੋਨੀ ਕੋਲ ਇੱਕ ਬੇਟੇ ਤੋਂ ਬਾਅਦ ਫਿਰ ਬੱਚਾ ਨਹੀਂ ਹੋਇਆ। ਇਸ ਵਾਰ ਮੇਰੇ ਪਤੀ ਨੇ ਜਿੱਦ ਫੜ ਲਈ ਕਿ ਤੂੰ ਡਿਲੀਵਰੀ ਤੋਂ ਬਾਅਦ ਮੇਰੇ ਨਾਲ ਸ਼ਹਿਰ ਚੱਲ। ਇੱਥੇ ਇਕੱਲੀ ਕਿਵੇਂ ਰਹੇਂਗੀ ਤੇ ਵੱਡੇ ਬੇਟੇ ਦਾ ਦਾਖਲਾ ਵੀ ਸਕੂਲ 'ਚ ਕਰਵਾਉਣਾ ਹੈ। ਮੇਰੇ ਸਾਰੇ ਸਹੁਰੇ ਵਾਲਿਆਂ ਨੇ ਵੀ ਕਿਹਾ ਕਿ ਉਹ ਠੀਕ ਆਖ ਰਿਹਾ ਹੈ, ਤੂੰ ਜਾ, ਨਾ ਕਰ। ਸਾਰਿਆਂ ਦੇ ਸਮਝਾਉਣ ਤੇ ਮੈਨੂੰ ਮਜਬੂਰਨ ਪਤੀ ਦੀ ਗੱਲ ਮੰਨਣੀ ਪਈ ਪਰ ਮੈਂ ਦਿਲੋਂ ਖੁਸ਼ ਨਹੀਂ ਸੀ। ਕੁਝ ਸਮਾਂ ਬੀਤ ਗਿਆ। ਮੇਰੇ ਕੋਲ ਇੱਕ ਹੋਰ ਬੇਟਾ ਹੋਇਆ।
ਉਹ ਬਹੁਤ ਹੀ ਸੋਹਣਾ ਸੀ। ਅੰਗਰੇਜ਼ਾਂ ਵਰਗਾ ਬਿਲਕੁਲ ਗੋਰਾ ਚਿੱਟਾ, ਵੱਡੀਆਂ ਵੱਡੀਆਂ ਅੱਖਾਂ ਵਾਲਾ। ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਮੇਰੇ ਪਤੀ ਨੇ ਕਿਹਾ ਕਿ ਤੂੰ ਨਹੀਂ ਜਾਣਦੀ ਕਿ ਤੂੰ ਮੈਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ। ਇਸ ਵਾਰ ਤਿਆਰ ਰਹੀ, ਮੈਂ ਆਵਾਂਗਾ ਤਾਂ ਤੁਸੀਂ ਸਾਰੇ ਮੇਰੇ ਨਾਲ ਸ਼ਹਿਰ ਚੱਲਿਓ। ਉਹਨਾਂ ਨੇ 2 ਮਹੀਨੇ ਬਾਅਦ ਆਉਣਾ ਸੀ। ਪਤੀ ਦੇ ਚਲੇ ਜਾਣ ਤੋਂ ਬਾਅਦ ਅਸੀਂ ਸਾਰੇ ਇਕੱਠੇ ਬੈਠ ਸ਼ਾਮ ਨੂੰ ਚਾਹ ਪੀ ਰਹੇ ਸੀ ਤਾਂ ਮੇਰੇ ਦਿਓਰ ਨੇ ਕਿਹਾ ਕਿ ਭਾਬੀ, ਤੁਸੀਂ ਚਲੇ ਜਾਓਗੇ ਤਾਂ ਘਰ ਸੁੰਨਾ ਜਿਹਾ ਹੋ ਜਾਵੇਗਾ। ਮੈਂ ਕਿਹਾ ਕਿ ਤੁਸੀਂ ਵੀ ਚੱਲੋ। ਉਹ ਬੋਲਿਆ ਕਿ ਮੈਂ ਕੀ ਕਰਾਂਗਾ ਜਾ ਕੇ, ਮੈਨੂੰ ਕੋਈ ਕੰਮ ਤਾਂ ਆਉਂਦਾ ਨਹੀਂ। ਘੱਟੋ ਘੱਟ ਇੱਥੇ ਖੇਤਾਂ 'ਚ ਕੰਮ ਕਰਕੇ ਪਤਨੀ ਤੇ ਬੱਚਿਆਂ ਲਈ 2 ਸਮੇਂ ਦੀ ਰੋਟੀ ਤਾਂ ਕਮਾ ਲੈਂਦਾ ਹਾਂ। ਸੋਨੀ ਬਿਲਕੁਲ ਸਿਰ ਝੁਕਾਈ ਚੁੱਪ ਤੇ ਗੁੰਮਸੁੰਮ ਬੈਠੀ ਸੀ। ਮੇਰਾ ਦਿਲ ਅਜੀਬ ਜਿਹਾ ਹੋ ਗਿਆ, ਪਰ ਮੈਂ ਵੀ ਮਜਬੂਰ ਸੀ। ਪਤੀ ਦੇ ਹੱਥੋਂ ਤੇ ਬੱਚਿਆਂ ਦੇ ਭਵਿੱਖ ਦਾ ਸਵਾਲ ਸੀ। ਕੁਝ ਦਿਨਾਂ ਬਾਅਦ ਮੇਰੀ ਤਬੀਅਤ 'ਚ ਥੋੜਾ ਜਿਹਾ ਭਾਰੀਪਨ ਆ ਗਿਆ। ਮੇਰਾ ਸੁਭਾਅ ਵੀ ਚਿੜਚਿੜਾ ਹੋ ਗਿਆ। ਬਿਨਾਂ ਵਜ੍ਹਾ ਬੱਚਿਆਂ ਤੇ ਗੁੱਸਾ ਆ ਜਾਂਦਾ। ਸਭ ਤੋਂ ਛੋਟੇ ਬੇਟੇ ਦੀ ਤਬੀਅਤ ਵੀ ਖਰਾਬ ਸੀ। ਉਹ ਵੀ ਬਹੁਤ ਰੋਂਦਾ ਸੀ। ਸੋਨੀ ਨੇ ਕਿਹਾ ਕਿਤੇ ਇਸ ਦੇ ਪੇਟ 'ਚ ਦਰਦ ਤਾਂ ਨਹੀਂ ਹੋ ਰਿਹਾ। ਅਸੀਂ ਦੋਵੇਂ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਉਸ ਨੂੰ ਦਵਾਈ ਦਿੱਤੀ ਤਾਂ ਥੋੜਾ ਜਿਹਾ ਆਰਾਮ ਆ ਗਿਆ, ਪਰ ਰਾਤ ਨੂੰ ਫਿਰ ਤੋਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਮੈਂ, ਸੀਮਾ ਅਤੇ ਮੇਰਾ ਦਿਓਰ, ਅਸੀਂ ਸਾਰੇ ਉਸ ਨੂੰ ਚੁੱਪ ਕਰਵਾਉਂਦੇ ਥੱਕ ਗਏ, ਪਰ ਉਹ ਚੁੱਪ ਨਾ ਹੋਇਆ। ਸਮਝ ਨਹੀਂ ਆ ਰਿਹਾ ਸੀ ਕਿ ਕਿਉਂ ਇੰਨਾ ਰੋ ਰਿਹਾ ਹੈ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ। ਹੁਣ ਤਾਂ ਕੁਝ ਕਮਜ਼ੋਰ ਵੀ ਹੋ ਗਿਆ ਸੀ। ਅਸੀਂ ਦੁਬਾਰਾ ਡਾਕਟਰ ਕੋਲ ਲੈ ਗਏ। ਡਾਕਟਰ ਨੇ ਕਿਹਾ ਕਿ ਕੁਝ ਦਵਾਈਆਂ ਦੇ ਰਿਹਾ ਹਾਂ, ਇਸ ਨਾਲ ਫਰਕ ਆ ਜਾਵੇਗਾ। ਉਹਨਾਂ ਦਵਾਈਆਂ ਨਾਲ ਬੱਚੇ ਨੂੰ ਕਾਫੀ ਆਰਾਮ ਮਿਲਿਆ ਤਾਂ ਅਸੀਂ ਵੀ ਸੁੱਖ ਦਾ ਸਾਹ ਲਿਆ। ਪਰ ਅਜੇ 2 ਹੀ ਦਿਨ ਬੀਤੇ ਸਨ ਕਿ ਉਸ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਮੈਂ ਬਹੁਤ ਘਬਰਾ ਗਈ। ਮੇਰਾ ਇੰਨਾ ਗੋਰਾ ਚਿੱਟਾ ਬੱਚਾ ਨੀਲਾ ਪੈਣ ਲੱਗਿਆ। ਮੈਂ ਤੇ ਸੀਮਾ ਉਸ ਨੂੰ ਡਾਕਟਰ ਕੋਲ ਲੈ ਕੇ ਭੱਜੇ, ਪਰ ਉਸ ਨੂੰ ਆਰਾਮ ਨਾ ਆਇਆ। ਮੈਂ ਪਰੇਸ਼ਾਨ ਹੋ ਕੇ ਆਪਣੇ ਪਤੀ ਨੂੰ ਫੋਨ ਕੀਤਾ। ਉਹ ਵੀ ਸ਼ਹਿਰ ਤੋਂ ਪਿੰਡ ਲਈ ਗੱਡੀ 'ਚ ਬੈਠ ਗਏ। ਉਹਨਾਂ ਕਿਹਾ ਕਿ ਤੂੰ ਤਿਆਰ ਰਹੀਂ, ਅਸੀਂ ਉਸ ਨੂੰ ਸ਼ਹਿਰ ਲੈ ਕੇ ਆਵਾਂਗੇ। ਸ਼ਹਿਰ 'ਚ ਕਿਸੇ ਚੰਗੇ ਡਾਕਟਰ ਨੂੰ ਦਿਖਾਵਾਂਗੇ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਮੇਰਾ ਸਿਹਤਮੰਦ ਬੱਚਾ 2 ਦਿਨਾਂ 'ਚ ਸੁੱਕ ਕੇ ਤੀਲਾ ਹੋ ਗਿਆ ਸੀ। ਅਗਲੀ ਸਵੇਰ ਪਤੀ ਨੇ ਪਹੁੰਚ ਜਾਣਾ ਸੀ, ਪਰ ਜਦੋਂ ਅਗਲੀ ਸਵੇਰ ਆਏ ਤਾਂ ਮੇਰਾ ਬੇਟਾ ਇਸ ਦੁਨੀਆ ਤੋਂ ਜਾ ਚੁੱਕਾ ਸੀ। ਸਵੇਰੇ ਸਵੇਰੇ ਪੂਜਾ ਦੇ ਸਮੇਂ ਮੇਰੇ ਹੱਥਾਂ 'ਚ ਹੀ ਮੇਰੇ ਬੇਟੇ ਨੇ ਦਮ ਤੋੜਿਆ ਸੀ। ਮੈਂ ਬਹੁਤ ਬੁਰੇ ਹਾਲ 'ਚ ਬੈਠੀ ਸੀ। ਮੇਰੇ ਪਤੀ ਦਾ ਵੀ ਦੁੱਖ ਨਾਲ ਬੁਰਾ ਹਾਲ ਸੀ। ਮੇਰੇ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਉਸ ਦੀ ਮੌਤ ਤੋਂ 15-20 ਦਿਨਾਂ ਤੱਕ ਮੈਂ ਦੁੱਖ ਨਾਲ ਨਿਢਾਲ ਬਿਸਤਰ ਤੇ ਪਈ ਰਹਿੰਦੀ ਸੀ। ਮੈਨੂੰ ਪਤੀ ਤੇ ਬੱਚਿਆਂ ਦਾ ਕੋਈ ਹੋਸ਼ ਨਹੀਂ ਸੀ। ਸਭ ਕੁਝ ਸੋਨੀ ਨੇ ਸੰਭਾਲਿਆ ਹੋਇਆ ਸੀ। ਅਜੇ ਬੇਟੇ ਦਾ ਸਦਮਾ ਘੱਟ ਨਹੀਂ ਹੋਇਆ ਸੀ ਕਿ ਮੇਰੀ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ। ਮੈਂ ਬਿਲਕੁਲ ਟੁੱਟ ਗਈ। ਮੇਰੇ ਪਤੀ ਨੂੰ ਦਫ਼ਤਰ ਤੋਂ ਫੋਨ ਆ ਗਿਆ। ਉਹਨਾਂ ਦਾ ਸ਼ਹਿਰ ਜਾਣਾ ਜ਼ਰੂਰੀ ਸੀ। ਉਹ ਵਾਪਸ ਚਲੇ ਗਏ, ਜਦੋਂ ਕਿ ਮੇਰੀ ਹਾਲਤ ਬਿਸਤਰ ਤੋਂ ਉੱਠਣ ਵਾਲੀ ਨਹੀਂ ਸੀ। ਕਈ ਦਿਨਾਂ ਤੋਂ ਮੈਂ ਦੁੱਖਾਂ ਨਾਲ ਨਿਢਾਲ ਹੋਈ ਪਈ ਸੀ ਕਿ ਮੇਰੀ ਬੇਟੀ ਬਰਖਾ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਉਸ ਦਾ ਬੁਖਾਰ ਵੱਧਦਾ ਹੀ ਜਾ ਰਿਹਾ ਸੀ। ਮੈਂ ਬਦਹਵਾਸ ਹੋ ਕੇ ਰਹਿ ਗਈ। ਮੈਂ ਆਪਣੇ ਇੱਕ ਬੇਟੇ ਨੂੰ ਖੋ ਚੁੱਕੀ ਸੀ। ਹੁਣ ਮੇਰੇ 'ਚ ਜ਼ਿਆਦਾ ਦੁੱਖ ਝੱਲਣ ਦੀ ਹਿੰਮਤ ਨਹੀਂ ਸੀ। ਸੋਨੀ ਮੇਰੇ ਕੋਲ ਬੈਠੀ ਮੈਨੂੰ ਹੌਸਲਾ ਦੇ ਰਹੀ ਸੀ। ਉਹ ਆਖ ਰਹੀ ਸੀ ਕਿ ਮੈਂ ਸਭ ਕੁਝ ਦੇਖ ਰਹੀ ਹਾਂ, ਤੂੰ ਪਰੇਸ਼ਾਨ ਨਾ ਹੋ, ਇਹ ਬਿਲਕੁਲ ਠੀਕ ਹੋ ਜਾਵੇਗੀ। ਮੈਂ ਕਿਹਾ, ਮੈਂ ਤੇਰੀ ਬਹੁਤ ਅਹਿਸਾਨਮੰਦ ਹਾਂ, ਜਿਸ ਤਰ੍ਹਾਂ ਤੂੰ ਮੇਰਾ ਤੇ ਮੇਰੇ ਬੱਚਿਆਂ ਦਾ ਖਿਆਲ ਰੱਖ ਰਹੀ ਹੈ। ਮੈਂ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਮੈਥੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ, ਪਰ ਸੋਨੀ ਮੇਰੇ ਤੇ ਮੇਰੇ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ। ਦੁਪਹਿਰ ਦੇ 3 ਵਜੇ ਸਨ। ਮੈਂ ਸੋਚਿਆ ਕਿ ਮੈਂ ਇੰਨੀ ਦੇਰ ਤੱਕ ਸੌਂਦੀ ਰਹੀ ਸੀ। ਮੈਂ ਆਪਣੇ ਨਾਲ ਪਏ ਹੋਏ ਬੱਚਿਆਂ ਨੂੰ ਦੇਖਿਆ ਜੋ ਬੇਖਬਰ ਸੋ ਰਹੇ ਸਨ। ਮੇਰੀ ਬੇਟੀ ਬਰਖਾ ਨੂੰ ਵੀ
बुखार सी, इसलिए सीमा ने भी मैनू नहीं जगाया। मैं उठन की कोशिश करन लगी कि अचानक नेड़ियों किसी दे रोन की आवाज़ ते मैं घबरा गई। मैं सोचा कि ये तो सोनी की आवाज़ है। मैं दीवार का सहारा लै हौली हौली उस पासे गई। सोनी अपने बेटे नू गोद च लैके रो रही सी। उसदे बेटे दे हत्थ बिल्कुल मुड़े हुए सन ते उसदे साह बहुत तेज चल रहे सन। मैं उसकी हालत देख के डर गई। मैं कहा, की हो गया सोनी? मेरे दियोर ने दुख भरी आवाज़ च कहा कि पता नहीं भाभी, की हो गया? सवेरे उठते ही ਤੁਹਾਡੇ कमरे च आया सी ताकि बच्चों नाल खेड सके, पर तुसी सारे सो रहे सी। ਇਹ बाहर जाके बच्चों नाल खेडन लग्या कि खेडदे खेडदे अचानक बेहोश हो गया। डॉक्टर नू भी दिखा के लियाए सी। अचानक यह हालत हो गई। सोनी दी हालत बहुत बदतर सी क्योंकि उसका इकलौता बेटा सी ते उसकी अपने बेटे च जान वसी हुई सी। मैं कहा कि तू परेशान ना हो, मैं उन्हां नाल गल करदी हाँ। मैं अपने पति का नाम लिया। तुसी दोवें इस नू लैके शहर जाओ, किसी चंगे डॉक्टर नू दिखाओ। अंदरों मैं भी परेशान हो गई सी। मैं नहीं चाहती सी कि सोनी किसी अजिहे दुख चों लंघे जिस चों मैं लंघ चुकी हाँ। अगली सवेर की टिकट हो गई सी। मैं अपनी खराब सेहत नाल अपने बच्चों ते सोनी नू संभाल रही सी, पर अगली सवेर जान की नौबत ही ना आई। रात के 2 बजे उसदे बेटे ने दम तोड़ दिता। मैं डरिया रजरा नाल सोनी नू बेहाल हुई देख रही सी ते खुद डर च बैठी सी कि साडे बच्चों नू किसी दी नज़र लग गई है। जदों उसदे बेटे दी अर्थी उठी तो सोनी बेहोश होके डिग पई। मेरा पति भी आ गया सी। साडे घर दा हर आदमी टुट जिहा गया सी। हुण मैनू अपने दोवें बच्चों का फिक्र हो रहा सी। मेरे च हुण कोई दुख झल्लण दी हिम्मत नहीं सी। मेरा पति ते दियोर घरे एक पंडित नू लैके आए जिन्हां ने साडे बच्चों का नामकरण किया सी ते काफ़ी पहुंचा होया भी सी। जदों ओह साडे घर आए तां अचानक गल्लां करदे करदे रुक गई। फिर वो जिवें हवा च कुछ सूंघन लगी ते इधर उधर देखते हुए बोली, पता नहीं क्यों मैनू हवा च चुड़ेल दा साया महसूस हो रहा है। फिर वो साडे घर दे हिस्से वल जान लगे। उत्थे पहुंच के ਉਹ मेरे कमरे ਦੇ बाहर वेड़े च बने कच्चे फर्श कोल बैठ गई। फिर उस जगह रुक के गौर नाल उस मिट्टी नू देखन लगी। मैं उन्हां तो दूर खड़ी सब देख रही सी। उन्हां ने मेरे पति नू कहा कि इत्थे मिट्टी हटाओ। मेरा पति मिट्टी हटाउन लग्या कि अचानक जमीन दे अंदरों जो चीज़ निकली उसनू देख के मेरा दिमाग घुम गया। मिट्टी हेठ एक पुतला सी। उस पुतले नाल एक पर्ची सी जिस ते कुछ लकीरां बणियां होईयां सन ते उस पर्ची ते बरखा दा नां लिख के उस ते क्रॉस दा निशान बनाया गया सी। असी सारे विश्वास ना करन वालियां नज़रां नाल देख रहे सन। अचानक मैनू याद आया कि जिस रात मैनू बुखार सी मैं वेड़े च साया देखिया सी जो मेरे कमरे दे बाहर मिट्टी पुट रहा सी। मेरे पति ते दियोर ने दोवें हत्थां नाल अपना सिर फड़ लिया ते कहा कि किसदा काम है। पंडित जी ने मेरे दियोर नू कहा कि तुहाडी पत्नी दी तबीयत किवें है? वो परेशानी नाल बोली, पंडित जी बहुत ज़्यादा बुरा हाल है। पंडित जी ने कहा कि मैं उन्हां नू मिल सकदा हाँ। जदों असी सोनी कोल कमरे च गए तां सोनी बिस्तर ते पई हुई सी। पंडित जी दे आउण दा सुन के बहुत मुश्किल नाल उठ बैठी। फिर हौली ਜਿਹੇ उन्हां नू नमस्ते कीती। पंडित जी ने उस कोल पहुंच के जोर नाल साह लिया ते उन्हां दे चेहरे दा रंग गुस्से नाल लाल हो गया। वो गुस्से च बोले कि जो तू कीता है उसका फल तेनू मिलिया है। तू जो जादू कीता ते दूजे दी गोद सुन्नी करनी चाहिए, पर तेरी अपनी गोद सुन्नी हो गई। अपनी जठानी दी गोद भी खाली कीती ते अपनी दुनिया भी बर्बाद कीती।
ਭਗਵਾਨ ਤੈਨੂੰ ਕਦੇ ਮਾਫ ਨਹੀਂ ਕਰੇਗਾ। ਪੰਡਿਤ ਜੀ ਦੀਆਂ ਗੱਲਾਂ ਸੁਣ ਅਸੀਂ ਸਾਰੇ ਹੈਰਾਨੀ ਨਾਲ ਦੇਖ ਰਹੇ ਸਾਂ ਕਿ ਅਚਾਨਕ ਸੋਨੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਉੱਚੀ ਉੱਚੀ ਬੋਲਦੇ ਕਿਹਾ ਕਿ ਮੈਂ ਕੀ ਕਰਦੀ, ਮੇਰੇ ਨਾਲ ਹੀ ਕਿਉਂ ਅਜਿਹਾ ਹੋਇਆ। ਅਸੀਂ ਇਕੱਠੇ ਵੱਡੇ ਹੋਏ, ਇਕੱਠੇ ਪੜ੍ਹਾਈ ਕੀਤੀ, ਪਰ ਕਿਸਮਤ ਨੇ ਧੋਖਾ ਦਿੱਤਾ। ਵਿਆਹ ਵੀ ਇੱਕ ਦਿਨ ਹੋਇਆ, ਇੱਕ ਹੀ ਘਰ 'ਚ ਹੋਇਆ, ਪਰ ਉਸਦਾ ਪਤੀ ਮੇਰੇ ਪਤੀ ਤੋਂ ਸੋਹਣਾ ਤੇ ਪੜ੍ਹਿਆ ਲਿਖਿਆ ਸੀ ਤੇ ਮੈਂ ਇੱਥੇ ਮਾਮੂਲੀ ਜਿਹੀ ਜ਼ਿੰਦਗੀ ਬਿਤਾ ਰਹੀ ਸੀ। ਇਹ ਗੱਲਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ। ਮੈਂ ਰੋਜ਼ ਅਖਬਾਰ ਪੜ੍ਹਦੀ ਸੀ। ਅਖਬਾਰ 'ਚ ਇੱਕ ਪੈਰਾਗ੍ਰਾਫ ਸੀ ਜਿਸ 'ਚ ਕਾਲੇ ਜਾਦੂ ਕਰਨ ਵਾਲੇ ਦਾ ਪਤਾ ਸੀ। ਮੈਂ ਉਸ ਰਾਹੀਂ ਉਸ ਨੂੰ ਗੱਲਬਾਤ ਕੀਤੀ। ਪਹਿਲਾਂ ਮੈਂ ਉਸ ਦੇ ਛੋਟੇ ਬੇਟੇ ਨੂੰ ਰਸਤੇ ਤੋਂ ਹਟਾਉਣਾ ਚਾਹਿਆ, ਫਿਰ ਇਸ ਤੇ ਅਮਲ ਕਰਵਾ ਕੇ ਹੁਣ ਇਸ ਦੀ ਬੇਟੀ ਨੂੰ ਹਟਾਉਣਾ ਸੀ। ਮੈਂ ਹੀ ਪੁਤਲਾ ਜ਼ਮੀਨ 'ਚ ਦੱਬਿਆ ਸੀ ਕਿਉਂਕਿ ਮੈਂ ਹੀ ਚਾਹੁੰਦੀ ਸੀ ਕਿ ਇਸ ਦੇ ਤਿੰਨੇ ਬੱਚੇ ਮਰ ਜਾਣ ਤਾਂ ਕਿ ਇਹ ਸ਼ਹਿਰ ਨਾ ਜਾ ਸਕੇ, ਕਿਉਂਕਿ ਆਪਣੀ ਔਲਾਦ ਖਾਤਰ ਜਾ ਰਹੀ ਸੀ। ਤੇ ਮੈਂ ਕਿਵੇਂ ਬਰਦਾਸ਼ਤ ਕਰਦੀ ਕਿ ਇਹ ਉੱਥੇ ਜਾ ਕੇ ਠਾਠ ਨਾਲ ਰਹੇ। ਇਸ ਕਾਲੇ ਜਾਦੂ ਅਨੁਸਾਰ ਉਸ ਜ਼ਮੀਨ ਤੇ ਜਿੱਥੇ ਪੁਤਲਾ ਦੱਬਿਆ ਸੀ, ਉਸ ਤੇ ਸਭ ਤੋਂ ਪਹਿਲਾਂ ਜੋ ਵੀ ਚੱਲਦਾ ਅੱਧਾ ਉਸ ਅਮਲ ਦੀ ਲਪੇਟ 'ਚ ਆ ਜਾਂਦਾ। ਉਸ ਰਾਤ ਮੈਂ ਇਸ ਨੂੰ ਨੀਂਦ ਦੀ ਦਵਾਈ ਦੁੱਧ 'ਚ ਮਿਲਾ ਕੇ ਦੇ ਚੁੱਕੀ ਸੀ। ਮੈਂ ਜਾਣਦੀ ਸੀ ਕਿ ਇਹ ਸਾਰੇ ਸੌਂਦੇ ਰਹਿਣਗੇ, ਪਰ ਬਰਖਾ ਜ਼ਰੂਰ ਉੱਠ ਕੇ ਬਾਹਰ ਆਵੇਗੀ। ਪਰ ਜਦੋਂ ਸਵੇਰੇ ਮੈਂ ਉੱਠੀ ਤਾਂ ਮੇਰਾ ਬੇਟਾ ਬਿਸਤਰ ਤੇ ਨਹੀਂ ਸੀ। ਮੈਂ ਘਬਰਾ ਕੇ ਉਸ ਨੂੰ ਦੇਖਣ ਗਈ ਤਾਂ ਇਹਨਾਂ ਦੇ ਕਮਰੇ 'ਚੋਂ ਬਾਹਰ ਆ ਰਿਹਾ ਸੀ, ਇਹ ਆਖਦੇ ਹੋਏ ਕਿ ਚਾਚੀ ਤੇ ਸਾਰੇ ਸੋ ਰਹੇ ਹਨ। ਮੈਂ ਉਸ ਨੂੰ ਆਉਂਦਾ ਦੇਖ ਦਿਲ ਛੱਡ ਲਿਆ, ਕਿਉਂਕਿ ਮੈਨੂੰ ਮੇਰੇ ਕੀਤੇ ਦਾ ਫਲ ਮਿਲ ਗਿਆ ਸੀ ਤੇ ਮੇਰਾ ਬੇਟਾ ਉਸ ਦੱਬੇ ਪੁਤਲੇ ਉੱਤੋਂ ਲੰਘ ਚੁੱਕਾ ਸੀ। ਇਹ ਆਖ ਸੋਨੀ ਰੋਂਦੀ ਹੋਈ ਸਿਰ ਪਿੱਟਣ ਲੱਗੀ ਤੇ ਮੈਂ ਬੇਯਕੀਨੀ ਨਾਲ ਸੋਨੀ ਨੂੰ ਦੇਖ ਰਹੀ ਸੀ। ਮੈਨੂੰ ਲੱਗਿਆ ਕਿ ਜੋ ਮੈਂ ਸੁਣਿਆ ਉਹ ਗਲਤ ਹੈ। ਮੇਰਾ ਦਿਲ ਆਖ ਰਿਹਾ ਸੀ ਕਿ ਮੈਂ ਚੀਕ ਚੀਕ ਕੇ ਰੋਵਾਂ ਕਿ ਕੋਈ ਇਨਸਾਨ ਈਰਖਾ 'ਚ ਇੰਨਾ ਨੀਵਾਂ ਡਿੱਗ ਜਾਂਦਾ ਹੈ। ਪੰਡਿਤ ਜੀ ਨੇ ਕਿਹਾ ਕਿ ਜੋ ਲੋਕ ਭਗਵਾਨ ਦੀ ਦਿੱਤੀ ਹੋਈ ਚੀਜ਼ ਤੇ ਰਾਜ਼ੀ ਨਹੀਂ ਹੁੰਦੇ, ਉਹਨਾਂ ਦਾ ਇਹੀ ਅੰਜਾਮ ਹੁੰਦਾ ਹੈ। ਮੈਂ ਦੀਵਾਰ ਦਾ ਸਹਾਰਾ ਲੈ ਛੋਟੇ ਛੋਟੇ ਕਦਮ ਪੁੱਟਦੀ ਬਾਹਰ ਆ ਗਈ। ਮੇਰੇ ਦਿਓਰ ਨੇ ਨਫ਼ਰਤ ਨਾਲ ਚੀਕ ਕੇ ਸੋਨੀ ਨੂੰ ਕਿਹਾ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਤੂੰ ਇੰਨੀ ਘਟੀਆ ਹੈ। ਮੈਂ ਆਪਣੇ ਕਮਰੇ 'ਚ ਆ ਕੇ ਉੱਚੀ ਉੱਚੀ ਰੋਣ ਲੱਗੀ। ਸੋਨੀ ਮੇਰੇ ਕੋਲ ਆਈ ਤੇ ਰੋਂਦੀ ਹੋਈ ਬੋਲੀ ਕਿ ਮੈਨੂੰ ਮਾਫ ਕਰ ਦੇ। ਮੈਂ ਉਸ ਨੂੰ ਕਿਹਾ ਕਿ ਜੋ ਔਰਤ ਆਪਣੇ ਬੱਚਿਆਂ ਦੀ ਜਾਨ ਲੈ ਲਵੇ ਕਿ ਉਸ ਨੂੰ ਮਾਫ ਕੀਤਾ ਜਾ ਸਕਦਾ ਹੈ। ਤੇਰੀ ਜੇਕਰ ਮੇਰੇ ਨਾਲ ਦੁਸ਼ਮਣੀ ਸੀ ਤਾਂ ਮੇਰੇ ਤੋਂ ਬਦਲਾ ਲੈਂਦੀ, ਪਰ ਮੇਰੇ ਬੱਚਿਆਂ ਨੇ ਤੇਰਾ ਕੀ ਵਿਗਾੜਿਆ ਸੀ। ਸੀਮਾ ਬੋਲੀ, ਮੇਰੀ ਕੋਈ ਦੁਸ਼ਮਣੀ ਨਹੀਂ ਸੀ। ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਤੇਰੇ ਕੋਲ ਸਭ ਕੁਝ ਚੰਗਾ ਦੇਖ ਕੇ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੈਂ ਤੇਰੇ ਨਾਲ ਜੋ ਕੀਤਾ, ਭਗਵਾਨ ਨੇ ਉਸ ਦਾ ਫਲ ਮੈਨੂੰ ਦੇ ਦਿੱਤਾ। ਇਸ ਤੋਂ ਬਾਅਦ ਮੈਂ ਉਸ ਨੂੰ ਦੇਖੇ ਬਿਨਾਂ ਆਪਣੇ ਪਤੀ ਤੇ ਬੱਚਿਆਂ ਨਾਲ ਉਸ ਘਰੋਂ ਹੀ ਨਹੀਂ ਸਗੋਂ ਉਸ ਦੀ ਜ਼ਿੰਦਗੀ 'ਚੋਂ ਤੇ ਪਿੰਡ 'ਚੋਂ ਨਿਕਲ ਗਈ। ਮੇਰੇ ਦਿਓਰ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ। ਆਪਣੇ ਬੇਟੇ ਦੀ ਮੌਤ ਤੇ ਫਿਰ ਪਤੀ ਦੇ ਵਿਛੋੜੇ 'ਚ ਉਸਨੇ ਆਪਣਾ ਦਿਮਾਗੀ ਸੰਤੁਲਨ ਗਵਾ ਦਿੱਤਾ। ਹੁਣ ਉਹ ਪਿੰਡਾਂ ਦੀਆਂ ਗਲੀਆਂ 'ਚ ਖੁੱਲ੍ਹੇ ਵਾਲਾਂ 'ਚ ਬੇਹਾਲ ਘੁੰਮਦੀ ਫਿਰਦੀ ਹੈ। ਮੈਂ ਫਿਰ ਕਦੇ ਪਿੰਡ ਨਹੀਂ ਗਈ, ਪਰ ਹੁਣ ਕਈ ਸਾਲਾਂ ਬਾਅਦ ਜਦੋਂ ਮੈਂ ਵਾਪਸ ਆਈ ਤਾਂ ਉਸਨੇ ਮੇਰੀ ਚੁੰਨੀ ਫੜ ਲਈ, ਪਰ ਮੈਂ ਆਪਣੀ ਚੁੰਨੀ ਉਸਦੇ ਹੱਥੋਂ ਛੁਡਾ ਕੇ ਤੇ ਉਸ ਨੂੰ ਨਜ਼ਰ ਅੰਦਾਜ਼ ਕਰਦੀ ਅੱਗੇ ਵਧ ਗਈ। ਭਾਬੀ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਸਮਝ ਆ ਗਈ ਕਿ ਭਾਬੀ ਕਿਉਂ ਆਪਣੇ ਪਿੰਡ ਨਹੀਂ ਜਾਂਦੀ ਸੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ, ਤੇ ਜੇਕਰ ਤੁਸੀਂ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।